प्यारे विद्यार्थियों, सत श्री अकाल। मेरा नाम मोहनीश सिंह है। मैं सरकार सीनियर सैकेंडरी स्कूल जंगल पठानकोट विखे साइंस मास्टर वजों पढ़ा रहा हाँ। ਅੱਜ ਅਸੀਂ 6ਵੀਂ ਕਲਾਸ ਦੇ ਵਿਦਿਆਰਥੀ ਪਾਠ 10ਵਾਂ ਭਾਗ ਪਹਿਲਾ ਗਤੀ ਅਤੇ ਦੂਰੀਆਂ ਦਾ ਮਾਪਣ ਚੈਪਟਰ 10 ਪਾਰਟ 1 ਮੋਸ਼ਨ ਐਂਡ ਮੇਜ਼ਰਮੈਂਟ ਆਫ ਡਿਸਟੈਂਸਿਸ ਪੜ੍ਹਾਂਗੇ। ਇਸ ਪਾਠ ਵਿੱਚ ਅਸੀਂ ਗਤੀ ਅਤੇ ਦੂਰੀਆਂ ਦਾ ਮਾਪਣ ਕਿਸ ਤਰ੍ਹਾਂ ਕੀਤਾ ਜਾਂਦਾ ਸੀ ਅਤੇ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਦੋਨਾਂ ਬਾਰੇ ਜਾਣਾਂਗੇ। ਪਿਆਰੇ ਵਿਦਿਆਰਥੀਓ, ਕੀ ਤੁਸੀਂ ਜਾਣਦੇ ਹੋ? ਡੂ ਯੂ ਨੋ? ਜੋ ਹੇਠਾਂ ਲਿਖੀਆਂ ਗੱਲਾਂ ਹਨ, ਕੀ ਤੁਸੀਂ ਇਹਨਾਂ ਬਾਰੇ ਵਿਚਾਰ ਕੀਤਾ ਹੈ? ਤੁਹਾਡਾ ਘਰ ਸਕੂਲ ਤੋਂ ਕਿੰਨੀ ਦੂਰ ਹੈ? ਹਾਊ ਫਾਰ ਯੂਅਰ ਹੋਮ ਫਰੋਮ ਸਕੂਲ? ਸਕੂਲ ਆਉਂਦੇ ਸਮੇਂ ਕੌਣ ਜ਼ਿਆਦਾ ਦੂਰੀ ਤੈਅ ਕਰਦਾ ਹੈ? ਤੁਸੀਂ ਕਰਦੇ ਹੋ ਜਾਂ ਤੁਹਾਡਾ ਮਿੱਤਰ ਕਰਦਾ ਹੈ? Who travels the longest distances to school? You or your friend? ਤੁਹਾਡੇ ਸਕੂਲ ਵਿੱਚ ਸਭ ਤੋਂ ਵੱਡਾ ਕਮਰਾ ਕਿਹੜਾ ਹੈ? Which is the largest room in your school? ਤੁਹਾਡੇ ਭੈਣ ਭਰਾਵਾਂ ਵਿੱਚੋਂ ਕਿਹੜਾ ਸਭ ਤੋਂ ਲੰਬਾ ਹੈ? Which of your siblings is the tallest? ਤੁਸੀਂ ਕਿੰਨੀ ਲੰਬੀ ਛਲਾਂਗ ਲਗਾ ਸਕਦੇ ਹੋ? ਹਾਊ ਲੌਂਗ ਕੈਨ ਯੂ ਜੰਪ? ਤੁਸੀਂ ਕਿੰਨਾ ਤੇਜ਼ ਚੱਲ ਸਕਦੇ ਹੋ? ਹਾਊ ਫਾਸਟ ਕੈਨ ਯੂ ਵਾਕ? ਤੁਸੀਂ ਕਿੰਨੇ ਨੰਬਰ ਦੀਆਂ ਚੱਪਲਾਂ ਪਹਿਨਦੇ ਹੋ? ਵਟ ਇਜ਼ ਦਾ ਸਾਈਜ਼ ਆਫ ਯੂਅਰ ਸੈਂਡਲਸ ਯੂ ਵੀਅਰ? ਇਹ ਸਭ ਕੁਝ ਦੂਰੀਆਂ ਨਾਲ ਸੰਬੰਧਿਤ ਹੈ। ਇਹ ਸਵਾਲ ਤੁਹਾਡੇ ਰੋਜ਼ਾਨਾ ਜ਼ਿੰਦਗੀ ਨਾਲ ਸੰਬੰਧਿਤ ਹਨ। ਜਿਹੜੀਆਂ ਵੀ ਘਟਨਾਵਾਂ ਜਾਂ ਜੋ ਵੀ ਤੁਹਾਨੂੰ ਪਹਿਲੇ ਸਲਾਈਡ ਵਿੱਚ ਪ੍ਰਸ਼ਨ ਪੁੱਛੇ ਸੀ, ਉਹਨਾਂ ਦਾ ਸਿੱਧਾ ਸੰਬੰਧ ਦੂਰੀਆਂ ਦੇ ਮਾਪਣ ਦੀ ਜ਼ਰੂਰਤ ਵੱਲ ਹੈ। ਨੀਡ ਆਫ ਮੇਜ਼ਰਮੈਂਟ ਆਫ ਡਿਸਟੈਂਸਿਸ। ਰੋਜ਼ਾਨਾ ਜੀਵਨ ਵਿੱਚ ਆਪਣੇ ਕੰਮਾਂ ਕਾਰਾਂ ਲਈ ਸਾਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਜਾਣਾ ਪੈਂਦਾ ਹੈ। ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਸਾਨੂੰ ਕੁਝ ਨਾ ਕੁਝ ਦੂਰੀ ਤੈਅ ਕਰਨੀ ਪੈਂਦੀ ਹੈ। ਸਕੂਲ ਆਉਣ ਸਮੇਂ ਤੁਸੀਂ ਵੀ ਕੁਝ ਨਾ ਕੁਝ ਦੂਰੀ ਤੈਅ ਕਰਦੇ ਹੋ। ਮੰਜ਼ਿਲ ਵੱਲ ਵਧਣ ਤੋਂ ਪਹਿਲਾਂ ਅਸੀਂ ਤੈਅ ਕੀਤੀ ਜਾਣ ਵਾਲੀ ਦੂਰੀ ਦੀ ਲੰਬਾਈ ਬਾਰੇ ਅੰਦਾਜ਼ਾ ਲਗਾਉਂਦੇ ਹਾਂ। ਉਸੇ ਅਨੁਸਾਰ ਹੀ ਅਸੀਂ ਯਾਤਰਾ ਲਈ ਆਪਣਾ ਆਵਾਜਾਈ ਦਾ ਸਾਧਨ ਚੁਣਦੇ ਹਾਂ। ਛੋਟੀਆਂ ਦੂਰੀਆਂ ਤਾਂ ਅਸੀਂ ਪੈਦਲ ਵੀ ਤੈਅ ਕਰ ਲੈਂਦੇ ਹਾਂ, ਪਰ ਲੰਬੀਆਂ ਦੂਰੀਆਂ ਲਈ ਅਸੀਂ ਸਾਈਕਲ ਤੋਂ ਲੈ ਕੇ ਹਵਾਈ ਜਹਾਜ਼ ਤੱਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਹਾਂ। ਤੁਹਾਨੂੰ ਪਤਾ ਹੀ ਹੈ ਕਿ ਨੀਲ ਆਰਮਸਟਰਾਂਗ ਨੇ ਤਾਂ ਚੰਨ 'ਤੇ ਪਹੁੰਚਣ ਲਈ ਰਾਕਟ ਦੀ ਵਰਤੋਂ ਕੀਤੀ ਸੀ। ਇਸ ਤਰ੍ਹਾਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੀ ਦੂਰੀ ਪਤਾ ਕਰਨ ਲਈ ਅਸੀਂ ਦੂਰੀਆਂ ਦੇ ਮਾਪਣ ਦੀ ਲੋੜ ਨੂੰ ਸਮਝਦੇ ਹਾਂ। ਕਿਸੇ ਜਗ੍ਹਾ ਦੀ ਲੰਬਾਈ, ਚੌੜਾਈ ਜਾਂ ਉਚਾਈ ਦਾ ਮਾਪ ਪਤਾ ਕਰਨ ਲਈ ਸਾਨੂੰ ਦੂਰੀਆਂ ਦੇ ਮਾਪਣ ਦੀ ਜ਼ਰੂਰਤ ਹੈ। Need of measurement of distances is required due to find the distance from one place to another or to determine the length, width and height of a place. ਆਓ ਅਸੀਂ ਜਾਣੀਏ ਕਿ ਦੂਰੀਆਂ ਨੂੰ ਕਿਵੇਂ ਮਾਪਿਆ ਜਾਂਦਾ ਹੈ ਅਤੇ ਇਹਨਾਂ ਨੂੰ ਕਿਵੇਂ ਦਰਸਾਇਆ ਜਾਂਦਾ ਹੈ। ਅਸਲ 'ਚ ਦੂਰੀ ਹੈ ਕੀ ਹੈ? ਦੂਰੀਆਂ ਦਾ ਮਾਪਣ ਦੋ ਬਿੰਦੂਆਂ ਵਿਚਕਾਰਲੀ ਵਿੱਥ ਦਾ ਮਾਪ ਦੂਰੀ ਅਖਵਾਉਂਦਾ ਹੈ। ਡਿਸਟੈਂਸ ਇਜ਼ ਮੇਜ਼ਰਮੈਂਟ ਆਫ ਲੈਂਥ ਬਿਟਵੀਨ ਟੂ ਪੁਆਇੰਟਸ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਪੁਰਾਤਨ ਲੋਕ ਲੰਬਾਈ ਨੂੰ
ਕਿਵੇਂ ਮਾਪਦੇ ਸਨ। ਅਧਿਐਨ ਕਰਨ 'ਤੇ ਇਹ ਪਤਾ ਲੱਗਦਾ ਹੈ ਕਿ ਪੁਰਾਤਨ ਲੋਕ ਗਿੱਠ ਦੀ ਲੰਬਾਈ, ਕਦਮਾਂ ਦੀ ਲੰਬਾਈ, ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ ਜਾਂ ਪੈਰਾਂ ਦੀ ਲੰਬਾਈ ਨੂੰ ਲੰਬਾਈ ਮਾਪਣ ਦੇ ਲਈ ਵਰਤਦੇ ਸਨ। ਆਓ ਅਸੀਂ ਵੀ ਪਹਿਲਾਂ ਪੁਰਾਤਨ ਢੰਗਾਂ ਅਨੁਸਾਰ ਆਪਣੀ ਗਿੱਠ ਅਤੇ ਕਦਮਾਂ ਦੀ ਲੰਬਾਈ ਦੀ ਸਹਾਇਤਾ ਨਾਲ ਕੁਝ ਲੰਬਾਈਆਂ ਨੂੰ ਮਾਪਦੇ ਹਾਂ। ਪਿਆਰੇ ਵਿਦਿਆਰਥੀਓ, ਆਓ ਹੁਣ ਅਸੀਂ ਇੱਕ ਕਿਰਿਆ ਕਰਦੇ ਹਾਂ। ਇਸ ਕਿਰਿਆ ਵਿੱਚ ਗਿੱਠ ਦੀ ਸਹਾਇਤਾ ਨਾਲ ਕਿਸੇ ਮੇਜ਼ ਦੀ ਚੌੜਾਈ ਨੂੰ ਮਾਪਣਾ ਹੈ। This activity is regarding measurement of width of teacher table with handspan. ਇਸ ਵਿੱਚ ਜੋ ਲੋੜੀਂਦੀ ਸਮੱਗਰੀ ਹੈ, ਜੋ ਸਾਨੂੰ ਲੋੜੀਂਦੀ ਹੈ, ਉਹ ਹੈ ਇੱਕ ਅਧਿਆਪਕ ਦਾ ਜਾਂ ਕੋਈ ਹੋਰ ਮੇਜ਼ ਜੋ ਵੀ ਤੁਹਾਡੇ ਘਰ ਵਿੱਚ ਪਿਆ ਹੋਏ, ਵਿਦਿਆਰਥੀਆਂ ਦਾ ਸਮੂਹ, ਕੋਈ 3-4 ਜੋ ਤੁਹਾਡੇ ਦੋਸਤ ਹਨ ਉਹਨਾਂ ਨੂੰ ਤੁਸੀਂ ਇਕੱਠੇ ਕਰ ਸਕਦੇ ਹੋ। ਵਿਧੀ: ਸਮੂਹ ਵਿੱਚ ਕੰਮ ਕਰਦੇ ਹੋਏ ਸਾਰੇ ਵਿਦਿਆਰਥੀ ਇਸ ਕਿਰਿਆ ਨੂੰ ਦੁਹਰਾਓ। ਆਪਣੀ ਗਿੱਠ ਨੂੰ ਕਿਰਿਆ ਲਈ ਚੁਣੇ ਹੋਏ ਮੇਜ਼ ਦੇ ਇੱਕ ਸਿਰੇ 'ਤੇ ਰੱਖੋ ਅਤੇ ਦੂਸਰੇ ਸਿਰੇ ਤੱਕ ਗਿਣਤੀ ਕਰਦਿਆਂ ਗਿੱਠਾਂ ਨਾਲ ਮਾਪ ਕਰਦੇ ਜਾਓ, ਜਿਵੇਂ ਕਿ ਚਿੱਤਰ ਵਿੱਚ ਦਿਖਾਇਆ ਹੈ। ਤੁਸੀਂ ਦੇਖ ਸਕਦੇ ਹੋ, ਪਹਿਲੇ ਚਿੱਤਰ ਵਿੱਚ ਬੱਚਾ ਗਿੱਠਾਂ ਨਾਲ ਮੇਜ਼ ਦਾ ਮਾਪ ਲੈ ਰਿਹਾ ਹੈ। ਇਹ ਸੰਭਵ ਹੋ ਸਕਦਾ ਹੈ ਕਿ ਮਾਪ ਕਰਦਿਆਂ ਹੋਇਆਂ ਕੁਝ ਚੌੜਾਈ ਮਾਪਣ ਤੋਂ ਰਹਿ ਜਾਵੇ ਜੋ ਤੁਹਾਡੀ ਗਿੱਠ ਦੀ ਲੰਬਾਈ ਤੋਂ ਘੱਟ ਹੋਵੇ, ਜਿਵੇਂ ਕਿ ਤੁਸੀਂ ਦੂਸਰੇ ਚਿੱਤਰ ਵਿੱਚ ਦੇਖ ਸਕਦੇ ਹੋ ਕਿ ਗਿੱਠ ਤੋਂ ਘੱਟ ਲੰਬਾਈ ਜਿਹੜੀ ਹੈ ਉਹ ਰਹਿ ਗਈ ਹੈ। ਇਸ ਚੌੜਾਈ ਨੂੰ ਆਪਣੀਆਂ ਉਂਗਲੀਆਂ ਦੀ ਸਹਾਇਤਾ ਨਾਲ ਮਾਪੋ, ਜਿਸ ਤਰ੍ਹਾਂ ਕਿ ਬੱਚਾ ਦੂਸਰੇ ਚਿੱਤਰ ਵਿੱਚ ਜਾਂ ਹੇਠਾਂ ਦਿਖਾਏ ਚਿੱਤਰ ਵਿੱਚ ਕਰ ਰਿਹਾ ਹੈ। ਇਸੇ ਤਰ੍ਹਾਂ ਹੀ ਸਾਰਿਆਂ ਵਿਦਿਆਰਥੀਆਂ ਕੋਲੋਂ ਤੁਸੀਂ ਆਪਣੇ ਦੋਸਤਾਂ ਕੋਲੋਂ ਵੀ ਕਰਾਉਣਾ ਹੈ। ਮੇਜ਼ ਉਹੀ ਲੈਣਾ ਹੈ ਅਤੇ ਉਸੇ ਮੇਜ਼ ਨੂੰ ਬਾਰ-ਬਾਰ ਦੂਸਰੇ ਵਿਦਿਆਰਥੀਆਂ ਕੋਲੋਂ ਗਿੱਠਾਂ ਰਾਹੀਂ ਅਤੇ ਉਂਗਲੀਆਂ ਰਾਹੀਂ ਜਿਹੜਾ ਉਹਨਾਂ ਦਾ ਮਾਪ ਕਰਵਾਉਣਾ ਹੈ। ਸਮੂਹ ਦੇ ਸਾਰੇ ਵਿਦਿਆਰਥੀ ਇਸ ਕਿਰਿਆ ਨੂੰ ਦੁਹਰਾਓ ਅਤੇ ਆਪਣਾ ਨਿਰੀਖਣ ਸਾਰਣੀ ਵਿੱਚ ਦਰਜ ਕਰੋ। ਪਿਆਰੇ ਵਿਦਿਆਰਥੀਓ, ਸਕਰੀਨ ਉੱਪਰ ਤੁਸੀਂ ਇੱਕ ਸਾਰਣੀ ਦੇਖ ਸਕਦੇ ਹੋ। ਇਸ ਨੂੰ ਆਪਣੀ ਕਾਪੀ ਉੱਤੇ ਨੋਟ ਕਰ ਲਵੋ। ਸ਼੍ਰੇਣੀ ਦੇ ਮੇਜ਼ ਦੀ ਚੌੜਾਈ ਮਾਪਣ ਲਈ ਇਹ ਸਾਰਣੀ ਵਰਤੀ ਜਾਣੀ ਹੈ। ਟੇਬਲ ਫਾਰ ਮੇਕਿੰਗ ਦਾ ਵਿਡਥ ਆਫ ਟੀਚਰਸ ਟੇਬਲ। ਇਸ ਵਿੱਚ ਪਹਿਲਾਂ ਲੜੀ ਨੰਬਰ ਹੈ, ਸੀਰੀਅਲ ਨੰਬਰ, ਵਿਦਿਆਰਥੀ ਦਾ ਨਾਂ, ਨੇਮ ਆਫ ਸਟੂਡੈਂਟ, ਗਿੱਠਾਂ ਦੀ ਗਿਣਤੀ, ਨੰਬਰ ਆਫ ਹੈਂਡ ਸਪੈਨਸ, ਉਂਗਲੀਆਂ ਦੀ ਗਿਣਤੀ, ਨੰਬਰ ਆਫ ਫਿੰਗਰਸ, ਮੇਜ਼ ਦੀ ਚੌੜਾਈ, ਵਿਡਥ ਆਫ ਟੇਬਲ। ਇਸ ਸਾਰਣੀ ਵਿੱਚ ਹੀ ਅਸੀਂ ਨਿਰੀਖਣ ਨੋਟ ਕਰਨਾ ਹੈ। ਮੰਨ ਲਓ ਇੱਕ ਵਿਦਿਆਰਥੀ ਦੀ ਚੌੜਾਈ ਮਾਪਣ ਸਮੇਂ 7 ਗਿੱਠਾਂ ਅਤੇ 4 ਉਂਗਲੀਆਂ ਗਿਣਦਾ ਹੈ, ਤਾਂ ਮੇਜ਼ ਦੀ ਚੌੜਾਈ 7 ਗਿੱਠਾਂ 4 ਉਂਗਲੀਆਂ ਹੋਵੇਗੀਆਂ। ਸਾਰਣੀ ਵਿੱਚ ਦਰਜ ਕੀਤੇ ਨਤੀਜਿਆਂ ਦਾ ਅਧਿਐਨ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਇੱਕੋ ਚੌੜਾਈ ਦੇ ਵੱਖ-ਵੱਖ ਮਾਪ ਪ੍ਰਾਪਤ ਹੋਏ ਹਨ, ਭਾਵ ਕਿ ਵੱਖ-ਵੱਖ ਵਿਅਕਤੀਆਂ ਦੀ ਗਿੱਠ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ। ਇਸ ਤੋਂ ਇਹ ਪਤਾ ਲੱਗਦਾ ਹੈ, ਇਹ ਸਿੱਟਾ ਨਿਕਲਦਾ ਹੈ ਕਿ ਗਿੱਠ ਨਾਲ ਮਾਪਣ 'ਤੇ ਲੰਬਾਈ ਜਾਂ ਚੌੜਾਈ ਦੇ ਮਾਪ ਦਾ
ਕੇਵਲ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਤੁਹਾਡੀ ਗਿੱਠ ਤੇ ਤੁਹਾਡੇ ਅਧਿਆਪਕ ਦੀ ਗਿੱਠ ਵਿੱਚ ਕਿੰਨਾ ਫਰਕ ਹੈ। ਤੁਹਾਡੇ ਅਧਿਆਪਕ ਦੀਆਂ ਉਂਗਲੀਆਂ ਵੀ ਮੋਟੀਆਂ ਹਨ ਤੇ ਗਿੱਠ ਵੀ ਵੱਡੀ ਹੈ। Students, we can conclude that the hand span is just an estimation of length to be measured. It can differ from person to person. The reading in the above table may differ from your friend to friend. So this is not a proper unit to measure the length, as it is not constant for everyone. ਆਓ ਵਿਦਿਆਰਥੀਓ, ਹੁਣ ਅਸੀਂ ਇੱਕ ਹੋਰ ਪੁਰਾਤਨ ਤਰੀਕੇ ਭਾਵ ਕਦਮਾਂ ਦੀ ਲੰਬਾਈ ਨਾਲ ਸ਼੍ਰੇਣੀ ਦੇ ਕਮਰੇ ਦੀ ਲੰਬਾਈ ਮਾਪਦੇ ਹਾਂ। Let us measure the length of your classroom by another ancient manner, that is by footsteps. Activity ਕਿਰਿਆ ਕਦਮਾਂ ਦੀ ਲੰਬਾਈ ਨਾਲ ਤੁਹਾਡੀ ਸ਼੍ਰੇਣੀ ਦੇ ਕਮਰੇ ਦੀ ਲੰਬਾਈ ਮਾਪਣਾ। Activity measurement of length of your classroom with footsteps length. ਲੋੜੀਂਦਾ ਸਮਾਨ ਸ਼੍ਰੇਣੀ ਦਾ ਕਮਰਾ ਵਿਦਿਆਰਥੀਆਂ ਦਾ ਸਮੂਹ। Material required is classroom group of students. ਵਿਧੀ ਸਮੂਹ ਵਿੱਚ ਕੰਮ ਕਰਦੇ ਹੋਏ ਸਾਰੇ ਵਿਦਿਆਰਥੀ ਵਾਰੀ-ਵਾਰੀ ਇਸ ਕਿਰਿਆ ਨੂੰ ਦੁਹਰਾਓ। ਕਮਰੇ ਦੇ ਇੱਕ ਸਿਰੇ ਤੇ ਖੜੇ ਹੋ ਜਾਓ ਅਤੇ ਨਾਲ ਦੇ ਨਾਲ ਹੀ ਕਦਮਾਂ ਨੂੰ ਵਧਾਉਂਦੇ ਹੋਏ ਤੇ ਗਿਣਦੇ ਹੋਏ ਕਮਰੇ ਦੀ ਲੰਬਾਈ ਦੇ ਨਾਲ ਨਾਲ ਦੂਸਰੇ ਸਿਰੇ ਤੱਕ ਜਾਓ। ਇਹ ਸੰਭਵ ਹੈ ਕਿ ਮਾਪ ਕਰਦੇ ਸਮੇਂ ਲੰਬਾਈ ਦਾ ਕੁਝ ਭਾਗ ਮਾਪਣ ਤੋਂ ਰਹਿ ਜਾਵੇ ਜੋ ਕਦਮਾਂ ਦੀ ਲੰਬਾਈ ਤੋਂ ਛੋਟਾ ਹੋਵੇ, ਤਾਂ ਇਹ ਰਹਿੰਦੇ ਭਾਗ ਨੂੰ, ਜਿੱਦਾਂ ਆਪਾਂ ਪਹਿਲੀ ਕਿਰਿਆ ਵਿੱਚ ਕੀਤਾ ਸੀ, ਉਸੇ ਤਰ੍ਹਾਂ ਹੀ ਆਪਾਂ ਗਿੱਠ ਦੀ ਲੰਬਾਈ ਨਾਲ ਅਤੇ ਫਿਰ ਉਂਗਲਾਂ ਨਾਲ ਮਾਪ ਕੇ ਮਾਪ ਪੂਰਾ ਕਰਨਾ ਹੈ। ਇਸ ਕਿਰਿਆ ਨੂੰ ਸਮੂਹ ਦੇ ਹਰ ਇੱਕ ਵਿਦਿਆਰਥੀ ਦੁਆਰਾ ਦੁਹਰਾਉਂਦੇ ਹੋਏ ਨਿਰੀਖਣ ਸਾਰਣੀ ਵਿੱਚ ਵੀ ਉਸੇ ਤਰ੍ਹਾਂ ਹੀ ਨੋਟ ਕਰਨਾ ਹੈ। Procedure. Work in group and each of you do activity one by one. Stand at one end of classroom by counting the footsteps. Go to the other end of room along with its length as shown. It may be possible that while measuring the length, you may find some part remains to be measured, as it is smaller than your footstep length. Then measure this remaining length in same manner as we did in previous activity with hand span, and the remaining length should be measured with the fingers. Repeat this activity with the help of each member of group and record the observations from all group members in the table shown in the next screen. ਵਿਦਿਆਰਥੀਓ, ਸਕਰੀਨ ਤੇ ਤੁਸੀਂ ਇੱਕ ਸਾਰਣੀ ਦੇਖ ਸਕਦੇ ਹੋ। ਇਸ ਨੂੰ ਆਪਣੀ ਕਾਪੀ ਵਿੱਚ ਨੋਟ ਕਰ ਲਵੋ। ਕਦਮਾਂ ਦੀ ਲੰਬਾਈ ਨਾਲ ਸ਼੍ਰੇਣੀ ਦੇ ਕਮਰੇ ਦੀ ਲੰਬਾਈ ਮਾਪਣ ਦੀ ਇਹ ਸਾਰਣੀ ਹੈ। ਟੇਬਲ ਫਾਰ ਮੇਜਰਿੰਗ ਲੈਂਥ ਆਫ ਕਲਾਸਰੂਮ ਵਿਦ ਫੁੱਟਸਟੈਪਸ।
ਪਹਿਲਾਂ ਇਸ ਵਿੱਚ ਲੜੀ ਨੰਬਰ ਹੈ, ਸੀਰੀਅਲ ਨੰਬਰ, ਵਿਦਿਆਰਥੀ ਦਾ ਨਾਂ, ਨੇਮ ਆਫ ਸਟੂਡੈਂਟ, ਕਦਮਾਂ ਦੀ ਗਿਣਤੀ, ਨੰਬਰ ਆਫ ਫੁੱਟਸਟੈਪਸ, ਗਿੱਠਾਂ ਦੀ ਗਿਣਤੀ, ਨੰਬਰ ਆਫ ਹੈਂਡ ਸਪੈਨਸ, ਉਂਗਲੀਆਂ ਦੀ ਗਿਣਤੀ, ਨੰਬਰ ਆਫ ਫਿੰਗਰਸ। ਫਿਰ ਆਖਿਰ ਵਿੱਚ ਇਹ ਸਾਰੇ ਕਮਰੇ ਦੀ ਲੰਬਾਈ ਨੂੰ ਦਰਸਾਉਣਗੇ। ਮੰਨ ਲਓ ਇੱਕ ਵਿਦਿਆਰਥੀ ਲੰਬਾਈ ਮਾਪਦੇ ਸਮੇਂ 12 ਕਦਮ, 5 ਗਿੱਠਾਂ ਅਤੇ 3 ਉਂਗਲੀਆਂ ਗਿਣਦਾ ਹੈ। ਤਾਂ ਬੱਚਿਓ, ਕਮਰੇ ਦੀ ਲੰਬਾਈ 12 ਕਦਮ, 5 ਗਿੱਠਾਂ ਅਤੇ 3 ਉਂਗਲੀਆਂ ਹੋਵੇਗੀ। ਇਹ ਤੁਸੀਂ ਆਪਣੇ ਘਰ ਵਿੱਚ ਵੀ ਕਿਸੇ ਕਮਰੇ ਨੂੰ ਮਾਪ ਸਕਦੇ ਹੋ। ਅਸੀਂ ਫਿਰ ਇਹ ਸਾਰੀ ਜੋ ਵੀ ਆਪਾਂ ਮਾਪ ਨੋਟ ਕਰਾਂਗੇ, ਇਸ ਨੂੰ ਅਸੀਂ ਸਾਰਣੀ ਵਿੱਚ ਦਰਜ ਕਰਨਾ ਹੈ। ਦਰਜ ਕੀਤੀਆਂ ਲੰਬਾਈਆਂ ਦਾ ਜਦੋਂ ਅਸੀਂ ਅਧਿਐਨ ਕਰਦੇ ਹਾਂ ਤਾਂ ਵੇਖਿਆ ਜਾਂਦਾ ਹੈ ਕਿ ਇੱਕੋ ਹੀ ਕਮਰੇ ਦੀਆਂ ਵੱਖ-ਵੱਖ ਲੰਬਾਈਆਂ ਪ੍ਰਾਪਤ ਹੁੰਦੀਆਂ ਹਨ। ਜਿਵੇਂ ਕਿ ਤੁਹਾਡਾ ਦੋਸਤ ਹੀ ਇਸ ਕਮਰੇ ਨੂੰ ਮਾਪਦਾ ਹੋਏ ਤਾਂ ਜਾਂ ਤਾਂ ਉਹ ਵੱਧ ਮਾਪੇਗਾ ਜਾਂ ਉਸ ਨੂੰ ਘੱਟ ਮਾਪੇਗਾ। ਇਸ ਦਾ ਕਾਰਨ ਵਿਦਿਆਰਥੀਆਂ ਦੇ ਕਦਮਾਂ ਦੀ ਲੰਬਾਈ ਦਾ ਵੱਖ-ਵੱਖ ਹੋਣਾ ਹੈ। ਤੁਸੀਂ ਆਪਣੇ ਅਧਿਆਪਕ ਅਤੇ ਆਪਣੇ ਕਦਮਾਂ ਦੀ ਲੰਬਾਈ ਵਿੱਚ ਵੀ ਫਰਕ ਵੇਖ ਸਕਦੇ ਹੋ, ਭਾਵ ਕਿ ਵੱਖ-ਵੱਖ ਵਿਅਕਤੀਆਂ ਦੇ ਕਦਮਾਂ ਦੀ ਲੰਬਾਈ ਵੱਖ-ਵੱਖ ਹੁੰਦੀ ਹੈ। ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕਦਮਾਂ ਦੀ ਲੰਬਾਈ ਨਾਲ ਮਾਪਣ ਤੇ ਮਾਪ ਦਾ ਕੇਵਲ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ। ਇਹ ਤੁਸੀਂ ਐਕਟੀਵਿਟੀ ਜਾਂ ਕਿਰਿਆ ਘਰ ਵਿੱਚ ਕਰਕੇ ਦੇਖ ਸਕਦੇ ਹੋ। ਸਪੋਜ਼ one student count 12 steps, 5 hand spans and 3 fingers while measuring the length. Then length of room will be expressed as 12 footsteps, 5 hand spans and 3 fingers. When we analyze the values of length recorded in the table, we will see different values of length of same room. This is because each student may have different length of their footsteps. You may also see the difference between the length of footsteps of your teacher and you. You might have noticed that the teacher have bigger footsteps than you. So we conclude that footstep is just an estimation of length to be measured. ਇਹਨਾਂ ਦੋਨਾਂ ਕਿਰਿਆਵਾਂ ਤੋਂ ਤੁਸੀਂ ਜਾਣ ਗਏ ਹੋਵੋਗੇ ਕਿ ਮਾਪਣ ਲਈ ਕੋਈ ਮਿਆਰੀ ਇਕਾਈ ਦੀ ਜ਼ਰੂਰਤ ਹੈ। ਨੀਡ ਆਫ ਸਟੈਂਡਰਡ ਯੂਨਿਟਸ ਆਫ ਮੇਜਰਮੈਂਟ। ਮਾਪਣ ਤੋਂ ਭਾਵ ਇੱਕ ਅਗਿਆਤ ਰਾਸ਼ੀ ਦੀ ਇੱਕ ਗਿਆਤ ਰਾਸ਼ੀ ਨਾਲ ਤੁਲਨਾ ਕਰਨਾ ਹੈ। ਇਸ ਗਿਆਤ ਨਿਸ਼ਚਿਤ ਰਾਸ਼ੀ ਨੂੰ ਇਕਾਈ ਕਹਿੰਦੇ ਹਨ। ਕਿਸੇ ਮਾਪ ਦੇ ਨਤੀਜੇ ਨੂੰ ਦੋ ਭਾਗਾਂ ਵਿੱਚ ਦਰਸਾਇਆ ਜਾਂਦਾ ਹੈ। ਪਹਿਲਾ ਭਾਗ ਸੰਖਿਆ ਹੁੰਦਾ ਹੈ ਅਤੇ ਦੂਜਾ ਭਾਗ ਮਾਪ ਲਈ ਵਰਤੀ ਗਈ ਇਕਾਈ ਹੁੰਦਾ ਹੈ। Measurement means the comparison of an unknown quantity with some known quantity. This known fixed quantity is called a unit. The result of a measurement is expressed in two parts. One part is a number, the other part is the unit of the measurement. ਹੁਣ ਤੱਕ ਤੁਸੀਂ ਇਹ ਜਾਣ ਗਏ ਹੋ ਕਿ ਕਿਰਿਆ 1 ਅਤੇ ਕਿਰਿਆ 2 ਤੋਂ ਪ੍ਰਾਪਤ ਮਾਪ ਦੇ ਨਤੀਜੇ
ਇਹ ਸਪਸ਼ਟ ਕਰਦੇ ਹਨ ਕਿ ਇੱਕ ਹੀ ਲੰਬਾਈ ਨੂੰ ਮਾਪਣ 'ਤੇ ਵੱਖ-ਵੱਖ ਨਤੀਜੇ ਪ੍ਰਾਪਤ ਹੋ ਸਕਦੇ ਹਨ, ਕਿਉਂਕਿ ਵੱਖ-ਵੱਖ ਵਿਅਕਤੀਆਂ ਦੀਆਂ ਗਿੱਠਾਂ ਅਤੇ ਕਦਮਾਂ ਦੀ ਲੰਬਾਈ ਵੱਖ-ਵੱਖ ਹੁੰਦੀਆਂ ਹਨ। ਜਦੋਂ ਤੁਸੀਂ ਕੋਈ ਮਾਪ ਆਪਣੀ ਗਿੱਠ ਜਾਂ ਕਦਮਾਂ ਰਾਹੀਂ ਮਾਪ ਕੇ ਦੂਸਰਿਆਂ ਨੂੰ ਦੱਸਦੇ ਹੋ ਤਾਂ ਇਹ ਇਨਸਾਨ ਉਦੋਂ ਤੱਕ ਅਸਲ ਲੰਬਾਈ ਬਾਰੇ ਸਮਝ ਨਹੀਂ ਪਾਉਂਦਾ ਜਦੋਂ ਤੱਕ ਉਹ ਤੁਹਾਡੀ ਗਿੱਠ ਜਾਂ ਕਦਮਾਂ ਦੀ ਲੰਬਾਈ ਬਾਰੇ ਨਾ ਜਾਣਦਾ ਹੋਵੇ। ਇਸ ਲਈ ਮਾਪਣ ਲਈ ਕੁਝ ਅਜਿਹੀਆਂ ਮਿਆਰੀ ਇਕਾਈਆਂ ਦੀ ਜ਼ਰੂਰਤ ਹੈ ਜੋ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਾ ਬਦਲਣ। ਹੁਣ ਚਿੱਤਰ ਵਿੱਚ ਤੁਸੀਂ ਦੇਖ ਸਕਦੇ ਹੋ, ਇੱਕੋ ਹੀ ਇੱਟ ਨੂੰ ਦੋ ਜਣੇ ਮਾਪ ਲੈ ਰਹੇ ਹਨ। ਇੱਕ ਦੀ ਗਿੱਠ ਪੂਰੀ ਹੋ ਰਹੀ ਹੈ ਅਤੇ ਇੱਕ ਦੀ ਗਿੱਠ ਵਿੱਚ ਕੁਛ ਮਾਪ ਬਚ ਜਾਂਦਾ ਹੈ, ਜੋ ਕਿ ਸਾਨੂੰ ਉਂਗਲਾਂ ਨਾਲ ਮਾਪਣਾ ਪੈਣਾ ਹੈ। ਇਸੇ ਤਰ੍ਹਾਂ ਇੱਕੋ ਇੱਟ ਨੂੰ ਮਾਪਣ ਲਈ ਵੱਖ-ਵੱਖ ਮਾਪ ਨਹੀਂ ਹੋ ਸਕਦੇ। ਇਸੇ ਕਾਰਨ ਹੀ ਸਾਨੂੰ ਮਿਆਰੀ ਇਕਾਈਆਂ ਦੀ ਜ਼ਰੂਰਤ ਹੈ। Need of standard of units of measurement. After studying all the measurements recorded in activity 1 and activity 2, you can observe that it shows the different values of same length which is measured, because length of hand span and footsteps vary from person to person. And other example of this variation you can find in the figure. You can see in the figure the measurement of brick is different for different type of hands. So you can see the broader hands have lesser measurement and the smaller hands will have more measurements. When you share your measurements using your hand span or footsteps with others, they will not be able to understand how big the actual length is unless they know the length of your hand span or footstep. So these units cannot be used as standard units of measurement. Now student, let us revise what we have studied till now. ਆਓ ਜੋ ਹੁਣ ਅਸੀਂ ਕੀਤਾ ਹੈ ਉਸ ਦੀ ਦੁਹਰਾਈ ਕਰ ਲਈਏ। ਦੂਰੀਆਂ ਦੇ ਮਾਪਣ ਦੀ ਜ਼ਰੂਰਤ ਬਾਰੇ ਅਸੀਂ ਹੁਣ ਤੱਕ ਪੜ੍ਹਿਆ ਹੈ। ਨੀਡ ਆਫ ਮੇਜਰਮੈਂਟ ਆਫ ਡਿਸਟੈਂਸਿਸ, ਦੂਰੀਆਂ ਦਾ ਮਾਪਣ ਕਿਉਂ ਕਰਨਾ ਚਾਹੀਦਾ ਹੈ ਅਤੇ ਕਿਸ ਤਰ੍ਹਾਂ ਰੋਜ਼ਾਨਾ ਜੀਵਨ ਵਿੱਚ ਹੁੰਦਾ ਹੈ। ਕਿਰਿਆ ਵੀ ਤੁਸੀਂ ਪੜ੍ਹੀ ਹੈ, ਜਿਸ ਵਿੱਚ ਤੁਸੀਂ ਗਿੱਠ ਦੀ ਸਹਾਇਤਾ ਨਾਲ ਕਿਸੇ ਮੇਜ਼ ਦੀ ਚੌੜਾਈ ਮਾਪੀ ਸੀ। measurement of width of teacher table with hand span। ਕਿਰਿਆ ਇੱਕ ਹੋਰ ਤੁਸੀਂ ਕੀਤੀ ਸੀ ਜਿਸ ਵਿੱਚ ਅਸੀਂ ਕਦਮਾਂ ਦੀ ਲੰਬਾਈ ਨਾਲ ਤੁਸੀਂ ਸ਼੍ਰੇਣੀ ਦੇ ਕਮਰੇ ਦੀ ਲੰਬਾਈ ਨੂੰ ਮਾਪਿਆ ਸੀ। measurement of length of your classroom with footstep length। ਮਾਪਣ ਦੀ ਮਿਆਰੀ ਇਕਾਈ ਦੀ ਜ਼ਰੂਰਤ ਕਿਉਂ ਹੈ, ਇਸ ਬਾਰੇ ਵੀ ਅਸੀਂ ਪੜ੍ਹਿਆ ਹੈ। ਕੁਝ ਮਹੱਤਵਪੂਰਨ ਗੱਲਾਂ, some important things। ਪੁਰਾਤਨ ਸਮੇਂ ਵਿੱਚ ਲੋਕ ਗਿੱਠ ਦੀ ਲੰਬਾਈ, ਕਦਮਾਂ ਦੀ ਲੰਬਾਈ, ਕੂਹਣੀ ਤੋਂ ਉਂਗਲੀ ਤੱਕ ਦੀ ਲੰਬਾਈ ਜਾਂ ਪੈਰ ਦੀ ਲੰਬਾਈ ਆਦਿ ਦੀ ਵਰਤੋਂ ਮਾਪਣ ਦੀਆਂ ਇਕਾਈਆਂ ਦੇ ਤੌਰ 'ਤੇ ਕਰਦੇ ਸਨ। ਇਸ ਨਾਲ ਸ਼ੰਕੇ ਪੈਦਾ ਹੁੰਦੇ ਸਨ ਕਿ ਇਸ ਲਈ ਕਿਸੇ ਇੱਕ ਸਮਾਨ ਮਾਪਣ ਪ੍ਰਬੰਧ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਉਤਪੰਨ ਹੋਈ। In ancient times, people used length of a foot, the length of finger, length of a footstep as units of measurement. This caused confusion and there a need to develop a uniform system of measurement arose।
ਕੁਝ ਮਹੱਤਵਪੂਰਨ ਪ੍ਰਸ਼ਨ, ਸਮ ਇੰਪੋਰਟੈਂਟ ਕੁਐਸਚਨਸ, ਜਾਂ ਤੁਸੀਂ ਇਹਨਾਂ ਨੂੰ ਨੋਟ ਕਰ ਲਓ। ਇਹ ਤੁਸੀਂ ਆਪਣੀ ਕਾਪੀ ਵਿੱਚ ਵੀ ਹੱਲ ਕਰਨੇ ਹਨ। ਪਹਿਲਾਂ ਅਸੀਂ ਸਹੀ ਜਾਂ ਗਲਤ ਕਰ ਲੈਂਦੇ ਹਾਂ, ਰਾਈਟ, ਟਰੂ ਔਰ ਫਾਲਸ। ਗਿੱਠ ਜਾਂ ਕਦਮ ਮਾਪਣ ਦੀ ਮਿਆਰੀ ਇਕਾਈ ਹੈ। ਹੈਂਡ ਸਪੈਨ ਔਰ ਫੁੱਟਸਟੈਪ ਆਰ ਸਟੈਂਡਰਡ ਯੂਨਿਟਸ ਆਫ ਮੇਜਰਮੈਂਟ। ਗਿੱਠ ਜਾਂ ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਾਨਕ ਇਕਾਈ ਦੇ ਤੌਰ 'ਤੇ ਕਿਉਂ ਨਹੀਂ ਵਰਤਿਆ ਜਾ ਸਕਦਾ? Why a hand span or footsteps cannot be used as standard units of measurement? ਕਿਰਿਆ ਰਾਹੀਂ ਸਿੱਧ ਕਰੋ ਕਿ ਗਿੱਠ ਨੂੰ ਮਾਪਣ ਦੀ ਮਿਆਰੀ ਇਕਾਈ ਵਜੋਂ ਨਹੀਂ ਵਰਤਿਆ ਜਾ ਸਕਦਾ। Prove with an activity that the hand span cannot be used as a standard of unit of measurement। ਕਦਮਾਂ ਦੀ ਲੰਬਾਈ ਨੂੰ ਮਾਪਣ ਦੀ ਮਿਆਰੀ ਇਕਾਈ ਵਜੋਂ ਨਹੀਂ ਵਰਤਿਆ ਜਾ ਸਕਦਾ। ਕਿਰਿਆ ਰਾਹੀਂ ਸਿੱਧ ਕਰੋ। Prove by doing an activity that the footsteps cannot be used as a standard of unit of measurement। So hence students, you have understood the whole chapter। ਤੁਸੀਂ ਇਸ ਚੈਪਟਰ ਨੂੰ ਆਪਣੀ ਕਾਪੀ ਉੱਤੇ ਵੀ ਨੋਟ ਕਰ ਲਿਆ ਹੋਵੇਗਾ। ਜੋ ਵੀ 2 ਕਿਰਿਆਵਾਂ ਕਰਾਈਆਂ ਹਨ, ਅਤੇ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੈ ਕਿ ਦੂਰੀ ਦੀ ਮਾਪਣ ਵਾਸਤੇ ਇੱਕ ਮਿਆਰੀ ਇਕਾਈ ਦਾ ਹੋਣਾ ਬਹੁਤ ਜ਼ਰੂਰੀ ਹੈ। ਧੰਨਵਾਦ। ਥੈਂਕ ਯੂ। ਸਟੇ ਹੋਮ, ਸਟੇ ਸੇਫ।